नमस्कार प्यारे साथियों, लर्निंग मिनट्स ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ ਅਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਪੇਪਰ 2 ਦੀ ਇੰਗਲਿਸ਼ ਵਿਸ਼ੇ ਦੀ ਆਨਸਰ ਕੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। आओ ਇੱਕ-ਇੱਕ ਕਰਕੇ ਸਾਰੇ ਪ੍ਰਸ਼ਨਾਂ ਨੂੰ ਡਿਸਕਸ ਕਰਦੇ ਹਾਂ। ਹਾਂਜੀ, ਸਾਡਾ ਫਰਸਟ ਕੁਐਸਚਨ ਹੈ which of the following is not a fundamental principle of language teaching। ਤਾਂ ਆਪਾਂ ਨੇ ਇੰਗਲਿਸ਼ ਦੇ ਵਿੱਚ ਲੈਂਗੁਏਜ ਟੀਚਿੰਗ ਦੇ ਜੋ ਪ੍ਰਿੰਸੀਪਲਸ ਕਰੇ ਸੀ ਉਹਦੇ ਵਿੱਚ ਪ੍ਰੈਕਟਿਸ ਐਂਡ ਡਰਿਲ ਵੀ ਸੀ, ਨੇਚਰਲ ਆਰਡਰ ਆਫ ਲਰਨਿੰਗ ਜਿਹਦੇ ਵਿੱਚ ਅਸੀਂ ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ ਕ੍ਰਮ ਯਾਦ ਕੀਤਾ ਸੀ, ਦੈਨ ਸਿਲੈਕਸ਼ਨ ਐਂਡ ਗ੍ਰੇਡੇਸ਼ਨ ਵੀ ਸੀ। ਬਟ ਜਿਹੜਾ ਸਮੇਟਿਵ ਅਸੈਸਮੈਂਟ ਸੀ ਇਹਦੇ ਪ੍ਰਿੰਸੀਪਲਸ ਵਿੱਚ ਨਹੀਂ ਆਉਂਦਾ, ਇਸ ਲਈ ਇਹਦਾ ਸਹੀ ਆਨਸਰ ਆਏਗਾ ਡੀ। ਨੈਕਸਟ ਹੈ ਜੀ ਆਈਡੈਂਟੀਫਾਈ ਦਾ ਕਰੈਕਟ ਸਟੇਟਮੈਂਟ। ਇਹਨਾਂ ਵਿੱਚੋਂ ਕਿਹੜਾ ਜਿਹੜਾ ਸਟੇਟਮੈਂਟ ਹੈ ਉਹ ਠੀਕ ਹੈ। ਤਾਂ ਸਭ ਤੋਂ ਪਹਿਲੀ ਜਿਹੜੀ ਹੈ ट्रांसक्रिप्शन इज अ फॉर्म इन विच स्पीच साउंड इज रिप्रेजेंटेड, बिल्कुल ठीक है जी, ये स्टेटमेंट ओके है। सेकंड है फोनिक्स इज द स्टडी ऑफ मीनिंग्स, ये गलत है जी। फोनेटिक्स है जिहड़ा ये साडा ध्वनि विज्ञान हुंदा है। पैसिव वोकैबुलरी रेफर्स टू द वर्ड्स यूज्ड बट नॉट फुली अंडरस्टूड, इहदे विच यूज घट हुंदे ने, मतलब ਅਸੀਂ ਇਹਨਾਂ ਨੂੰ ਰੇਅਰਲੀ ਯੂਜ਼ ਕਰਦੇ ਹਾਂ, ਉਹ ਪੈਸਿਵ ਵੋਕੈਬੁਲਰੀ ਹੁੰਦੀ ਹੈ ਬਟ ਉਹਨਾਂ ਦੇ ਮੀਨਿੰਗ ਸਾਨੂੰ ਪੂਰੀ ਤਰ੍ਹਾਂ ਪਤਾ ਹੁੰਦੇ ਨੇ। ਤੇ ਲਾਸਟ ਦੇ ਵਿੱਚ ਸਕਿਮਿੰਗ ਇਜ਼ ਦ ਟੈਕਨੀਕ ਟੂ ਲਰਨ ਡਿਫਿਕਲਟ ਵਰਡਸ। ਤਾਂ ਸਕਿਮਿੰਗ ਇੱਕ ਪੈਸੇਜ ਨੂੰ ਰੀਡ ਕਰਨ ਦੀ ਟੈਕਨੀਕ ਹੈ ਜਿਹਦੇ ਵਿੱਚ ਅਸੀਂ ਪੈਰੇ ਦੀ ਗਿਸਟ ਲੈਣ ਲਈ ਸਕਿਮ ਕਰਦੇ ਹਾਂ ਕਿ ਪੈਰੇ ਦਾ ਜਿਹੜਾ ਸੈਂਟਰਲ ਆਈਡੀਆ ਕੀ ਹੈ, ਇਹਦੇ ਵਿੱਚ ਕਿਸ ਚੀਜ਼ ਬਾਰੇ ਚਰਚਾ ਕੀਤੀ ਗਈ ਹੈ। ਤਾਂ 62 ਵਾਲੇ ਪ੍ਰਸ਼ਨ ਦਾ ਜਿਹੜਾ ਆਨਸਰ ਹੈ ਉਹ ਏ ਹੈ। ਨੈਕਸਟ ਹੈ ਜੀ ਅ ਟੈਕਸਟ ਬੁੱਕ ਇਜ਼ ਨਾਟ। ਤਾਂ ਅਸੀਂ ਟੈਕਸਟ ਬੁੱਕ ਬਾਰੇ ਜਿਹੜਾ ਨੈਗੇਟਿਵ ਵਿਚਾਰ ਹੈ ਉਹ ਪਿਕ ਕਰਨਾ ਇਹਦੇ ਵਿੱਚੋਂ। ਈਜ਼ੀ ਟੂ ਪ੍ਰਿਪੇਅਰ, ਤਾਂ ਜੇ ਪਹਿਲਾਂ ਹੀ ਅਸੀਂ ਦੇਖਦੇ ਹਾਂ ਤਾਂ ਟੈਕਸਟ ਬੁੱਕ ਹੈ ਜਿਹੜੀ ਇਹ ਪ੍ਰਿਪੇਅਰ ਕਰਨਾ ਕੋਈ ਈਜ਼ੀ ਟਾਸਕ ਨਹੀਂ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹ ਹੀ 99% ਇਹਦਾ ਆਨਸਰ ਆਏਗਾ। ਅੱਗੇ ਦੇਖਦੇ ਹਾਂ ਜੀ ਐਨ ਇੰਸਟਰਕਸ਼ਨਲ ਮਟੀਰੀਅਲ, ਬਿਲਕੁਲ ਠੀਕ ਹੈ ਜੀ। ਪ੍ਰੈਜ਼ੈਂਟੇਬਲ ਐਂਡ ਅਟਰੈਕਟਿਵ, ਬਿਲਕੁਲ ਠੀਕ ਹੈ ਜੀ। टाइटली ऑर्गेनाइज, जे ਅਸੀਂ मॉडर्न कॉन्टेक्स्ट देखिए ਤਾਂ ਜਿਹੜੀਆਂ ਸਾਡੀਆਂ ਟੈਕਸਟ ਬੁੱਕਸ ਹੁੰਦੀਆਂ ਨੇ ਇਹ ਕਾਫੀ ਹੱਦ ਤੱਕ ਇਹਦੀ ਡਰਾਬੈਕ ਹੈ ਕਿ ਇਹ ਟਾਈਟਲੀ ਆਰਗੇਨਾਈਜ਼ਡ ਹੈ, ਬਟ ਅਸੀਂ ਨੋਟ ਦੀ ਗੱਲ ਕਰਨੀ ਹੈ ਤਾਂ ਇਹਦਾ ਜਿਹੜਾ ਆਨਸਰ ਹੈ ਇਹ ਆਏਗਾ। ਨੈਕਸਟ ਹੈ ਜੀ ਦ ਪਰਪਸ ਆਫ ਲੈਂਗੁਏਜ ਇਵੈਲੂਏਸ਼ਨ ਇਨਕਲੂਡਸ। ਲੈਂਗੁਏਜ ਦੇ ਵਿੱਚ ਜਿਹੜਾ ਮੁਲਾਂਕਣ ਕਰਦੇ ਆ ਉਹਦਾ ਕੀ ਪਰਪਸ ਹੁੰਦਾ ਹੈ? ਫੀਡਬੈਕ ਦੇਣਾ, ਬਿਲਕੁਲ ਠੀਕ ਹੈ ਜੀ। ਇਹਦੇ ਨਾਲ ਟੀਚਰਸ ਨੂੰ ਵੀ ਫੀਡਬੈਕ ਮਿਲਦੀ ਹੈ ਤੇ स्टूडेंट्स ਨੂੰ ਵੀ ਫੀਡਬੈਕ ਮਿਲਦੀ ਹੈ so that they can improve themselves। नेक्स्ट है मॉनिटरिंग। ਤਾਂ ਲੈਂਗੁਏਜ ਇਵੈਲੂਏਸ਼ਨ ਦੇ ਵਿੱਚ ਅਸੀਂ ਲਗਾਤਾਰ ਬੱਚੇ ਦੀ ਮੋਨੀਟਰਿੰਗ ਕਰਦੇ ਰਹਿੰਦੇ ਹਾਂ, ਦੇਖਦੇ ਹਾਂ ਕਿ ਉਹਦੇ ਵਿੱਚ ਕੀ ਮਿਸਟੇਕਸ ਬੱਚਾ ਲੈਂਗੁਏਜ ਦੇ ਵਿੱਚ ਕੀ ਕਰ ਰਿਹਾ, ਡਰਾਬੈਕਸ ਕੀ ਨੇ ਉਹਦੀ ਲਰਨਿੰਗ ਦੇ ਵਿੱਚ, ਤਾਂ ਕਿ ਅਸੀਂ ਉਹਨਾਂ ਨੂੰ ਓਵਰਕਮ ਕਰ ਸਕੀਏ। ਨੈਕਸਟ ਹੈ ਜੀ ਪ੍ਰੋਗਰਾਮ ਆਊਟਕਮਸ, ਜਿਹੜੀ ਕਿ ਸਾਡੀ ਸਮੇਟਿਵ ਇਵੈਲੂਏਸ਼ਨ ਦਾ ਅਸੈਸਮੈਂਟ ਦਾ ਉਦੇਸ਼ ਹੈ। ਤਾਂ ਇਹ ਕੁੱਲ ਮਿਲਾ ਕੇ ਤਿੰਨੋਂ ਹੀ ਲੈਂਗੁਏਜ ਇਵੈਲੂਏਸ਼ਨ ਦੇ ਪਰਪਸ ਨੇ, ਤਾਂ ਇਹਦਾ ਆਨਸਰ ਹੈ ਜੀ ਆਲ ਆਫ ਥੀਸ। ਨੈਕਸਟ ਹੈ ਜੀ ਦ ਰਿਸੈਪਟਿਵ ਲੈਂਗੁਏਜ ਸਕਿੱਲਸ ਇਨਕਲੂਡ। ਦੋ ਤਰ੍ਹਾਂ ਦੀਆਂ ਲੈਂਗੁਏਜ ਸਕਿੱਲਸ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਰਿਸੈਪਟਿਵ ਯਾਨੀ ਕਿ ਜਿਨ੍ਹਾਂ ਦੇ ਮਾਧਿਅਮ ਨਾਲ ਅਸੀਂ ਦੂਸਰਿਆਂ ਤੋਂ ਇਨਫੋਰਮੇਸ਼ਨ ਰਿਸੀਵ ਕਰਦੇ ਹਾਂ, ਇੱਕ ਹੁੰਦੀਆਂ ਨੇ ਪ੍ਰੋਡਕਟਿਵ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਉਂਦੇ ਹਾਂ। ਤਾਂ ਜਿਹੜੀਆਂ ਅਸੀਂ ਦੂਸਰਿਆਂ ਤੋਂ ਲੈਣੀ ਹੈ ਰਿਸੈਪਟਿਵ ਸਕਿੱਲਸ ਜਿਹਦੇ ਰਾਹੀਂ ਅਸੀਂ ਰਿਸੀਵ ਕਰਨੀ ਹੈ, ਤਾਂ ਉਹਦੇ ਵਿੱਚ ਸਾਡਾ ਕੀ ਆਏਗਾ? ਰੀਡਿੰਗ ਐਂਡ ਲਿਸਨਿੰਗ। ਜਾਂ ਤਾਂ ਅਸੀਂ ਦੂਜਿਆਂ ਦਾ ਜੋ ਉਹਨਾਂ ਨੇ ਰਿਟਨ ਫਾਰਮ ਦੇ ਵਿੱਚ ਮੈਸੇਜ ਦਿੱਤਾ ਹੁੰਦਾ ਉਹਨੂੰ ਰੀਡ ਕਰਦੇ ਹਾਂ, ਜਾਂ ਫਿਰ ਜੋ ਉਹ ਬੋਲਦੇ ਨੇ ਉਹਨੂੰ ਅਸੀਂ ਲਿਸਨ ਕਰਦੇ ਹਾਂ। ਨੈਕਸਟ ਹੈ ਜੀ ਦੀ ਆਰਗਨਸ ਆਫ ਸਪੀਚ ਡੋਂਟ ਇਨਕਲੂਡ। ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਸਪੀਚ ਆਰਗਨ ਨਹੀਂ ਹੈ? ਟੀਥ ਵੀ ਸਾਡੇ ਸਪੀਚ ਆਰਗਨ ਨੇ ਜੀ, ਫੀਲਿੰਗਸ ਵੀ ਹੈ ਤੇ ਲਿਰਿੰਗਸ ਵੀ ਹੈ। ਤਾਂ ਜਿਹੜਾ ਆਇਰਿਸ ਹੈ ਇਟ ਇਜ਼ ਆਈ ਪਾਰਟ, ਤਾਂ ਇਹ ਸਾਡੀ ਸਪੀਚ ਦੇ ਵਿੱਚ ਕੰਮ ਨਹੀਂ ਆਉਂਦਾ, ਇਹ ਸਾਡੀ ਦ੍ਰਿਸ਼ਟੀ ਨਾਲ ਰਿਲੇਟਡ ਇੱਕ ਆਰਗਨ ਹੈ। ਨੈਕਸਟ ਹੈ ਜੀ which of the following statement is incorrect। ਇਹਦੇ ਵਿੱਚੋਂ ਅਸੀਂ ਗਲਤ ਜਿਹੜੀ ਸਟੇਟਮੈਂਟ ਹੈ ਉਹ ਪਿਕ ਕਰਨੀ ਹੈ। ਇੰਡੀਆ ਇਜ਼ ਅ ਲਿੰਗੁਇਸਟਿਕਲੀ ਡਾਈਵਰਸ ਕੰਟਰੀ। ਭਾਰਤ ਇੱਕ ਬਹੁ ਭਾਸ਼ਾਈ ਦੇਸ਼ ਹੈ, ਭਾਸ਼ਾਈ ਭਿੰਨਤਾਵਾਂ ਵਾਲਾ ਦੇਸ਼ ਹੈ, ਬਿਲਕੁਲ ਠੀਕ ਹੈਗਾ। ਮਲਟੀਲਿੰਗੁਅਲਿਜ਼ਮ ਇਜ਼ ਅ ਬੇਨ, ਕਿ ਜਿਹੜੀ ਬਹੁ ਭਾਸ਼ਾਈਪਨ ਹੈ ਇਹ ਇੱਕ ਸਾਡੇ ਲਈ ਦੁੱਖ ਦਾ ਕਾਰਨ ਹੈ, ਤਾਂ ਇਹ ਬਿਲਕੁਲ ਨਹੀਂ ਲੈਣਾ ਜੀ, ਕਿਉਂਕਿ ਜਿੰਨੇ ਵੀ ਅਸੀਂ ਹੁਣ ਤੱਕ ਪੈਡਾਗੋਜੀ ਹੱਲ ਕੀਤੀ ਉਹਦੇ ਵਿੱਚ ਅਸੀਂ ਇਹੀ ਪੜ੍ਹਦੇ ਆਏ ਹਾਂ ਕਿ ਮਲਟੀਲਿੰਗੁਅਲਿਜ਼ਮ ਵਰਕਸ ਐਜ਼ ਅ ਰਿਸੋਰਸ ਫॉर द टीचर। ਇਹਨੂੰ ਟੀਚਰ ਨੇ ਇੱਕ ਰਿਸੋਰਸ ਦੇ ਤੌਰ ਤੇ ਯੂਜ਼ ਕਰਨਾ ਹੈ, ਇਹ ਸਾਡੇ ਲਈ ਕੋਈ ਦੁਖਾਂਤ ਦਾ ਕਾਰਨ ਨਹੀਂ ਹੈ। ਸੋ ਇਟ ਇਜ਼ ਇਨਕਰੈਕਟ statement।
ਹਿਊਮਨ ਲੈਂਗੁਏਜ ਇਜ਼ ਡਾਇਨਾਮਿਕ, ਬਿਲਕੁਲ ਠੀਕ ਹੈ ਜੀ। ਮਨੁੱਖ ਦੀ ਜਿਹੜੀ ਭਾਸ਼ਾ ਹੈ ਉਹ ਨਿਰੰਤਰ ਬਦਲਦੀ ਰਹਿੰਦੀ ਹੈ, ਡਾਇਨਾਮਿਕ ਹੈ। ਤੇ NEP ਸਪੋਰਟਸ 3 ਲੈਂਗੁਏਜ ਫਾਰਮ, ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਹੁਣੇ 2020 ਦੇ ਵਿੱਚ ਦਿੱਤੀ ਗਈ ਹੈ, ਇਹਦੇ ਵਿੱਚ 3 ਭਾਸ਼ਾਈ ਫਾਰਮੂਲੇ ਦੀ ਗੱਲ ਕੀਤੀ ਗਈ ਹੈ। ਤਾਂ ਇਹ A, C ਤੇ D ਤਿੰਨੋਂ ਸਟੇਟਮੈਂਟਸ ਕਰੈਕਟ ਨੇ ਜੀ। ਇਨਕਰੈਕਟ ਹੈ ਜਿਹੜੀ ਉਹ B ਹੈ। ਨੈਕਸਟ ਹੈ ਜੀ, the biggest challenge of teaching English language effectively is, ਅਸੀਂ ਅੰਗਰੇਜ਼ੀ ਭਾਸ਼ਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪੜ੍ਹਾ ਪਾ ਰਹੇ, ਇਹਦੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਚੁਣੌਤੀ ਕੀ ਹੈ? ਪੂਅਰ ਸਕੂਲ ਇਨਫਰਾਸਟ੍ਰਕਚਰ। ਤਾਂ ਇਹ ਬਿਲਕੁਲ ਨਹੀਂ ਹੈ ਜੀ। ਅੱਜ ਕੱਲ੍ਹ ਸਾਡੇ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਡ ਜਿਹੜਾ ਇਨਫਰਾਸਟ੍ਰਕਚਰ ਹੈ। ਲੈਕ ਆਫ ਗੁੱਡ ਇੰਸਟਰਕਸ਼ਨਲ ਮਟੀਰੀਅਲ, ਇਹ ਇਹਦੇ ਵਿੱਚ ਆਏਗਾ ਜੀ, ਕਿਉਂਕਿ ਅਸੀਂ ਹਮੇਸ਼ਾ ਤੋਂ ਇਹੀ ਕਹਿ ਰਹੇ ਹਾਂ ਕਿ ਜਿਹੜਾ ਸਾਡਾ ਇੰਸਟਰਕਸ਼ਨਲ ਮਟੀਰੀਅਲ ਹੈ, ਬੱਚਿਆਂ ਨੂੰ ਪੜ੍ਹਾਇਆ ਜਾਣ ਵਾਲੀ ਸਮੱਗਰੀ ਹੈ, ਕਰਿਕੂਲਮ ਹੈ, ਉਹ ਪ੍ਰੋਪਰਲੀ ਤਿਆਰ ਨਹੀਂ ਕੀਤਾ ਗਿਆ। ਇਹ ਰੋਟ ਮੈਮਰੀ ਨੂੰ ਇਨਕਰੇਜ ਕਰਦਾ ਹੈ ਤੇ ਬੱਚੇ ਦੀਆਂ ਪ੍ਰੈਕਟੀਕਲ ਸਕਿੱਲਸ ਦੇ ਉੱਪਰ ਘੱਟ ਜ਼ੋਰ ਦਿੰਦਾ ਹੈ। ਤਾਂ ਅਸੀਂ ਇਸ ਨੂੰ ਹੀ ਇਹਦਾ ਸਭ ਤੋਂ ਵੱਡਾ ਚੈਲੰਜ ਮੰਨਾਂਗੇ। ਇਨਐਪਰੋਪਰੀਏਟ ਅਸੈਸਮੈਂਟ, ਐਸੀ ਕੋਈ ਗੱਲ ਨਹੀਂ ਹੈ ਜੀ, ਕਿਉਂਕਿ ਹੁਣ ਅਸੀਂ ਬਹੁਤ ਵਾਈਡਲੀ ਬੱਚੇ ਨੂੰ ਅਸੈਸ ਕਰਦੇ ਹਾਂ। ਫਾਰਮੇਟਿਵ ਇਵੈਲੂਏਸ਼ਨ ਹੁੰਦੀ ਹੈ, ਸਮੇਟਿਵ ਹੁੰਦੀ ਹੈ। ਲੈਕ ਆਫ ਵੈਲ ਟ੍ਰੇਨ ਟੀਚਰ, ਇਹ ਸਾਡੇ ਲਈ ਨੈਗੇਟਿਵ ਫੈਕਟਰ ਹੈ ਜੀ, ਇਹਨੂੰ ਵੀ ਅਸੀਂ ਨਹੀਂ ਲਵਾਂਗੇ, ਕਿਉਂਕਿ ਅੱਜ ਕੱਲ ਸਾਡੇ ਕੋਲ ਵੈਲ ਟ੍ਰੇਨਡ ਤੇ ਵੈਲ ਕੁਆਲੀਫਾਈਡ ਟੀਚਰਸ ਨੇ ਜਿਹੜੇ ਉਹ ਸਕੂਲਾਂ ਦੇ ਵਿੱਚ ਮੌਜੂਦ ਨੇ। ਨੈਕਸਟ ਹੈ ਜੀ, ਮਲਟੀਲਿੰਗੁਅਲ ਕਲਾਸਰੂਮਸ ਆਰ ਅ ਗਰੋਇੰਗ ਫਿਨੋਮੀਨਾ ਮੇਨਲੀ ਬਿਕੋਜ਼ ਆਫ, ਜਿਹੜੇ ਮਲਟੀਲਿੰਗੁਅਲਿਜ਼ਮ, ਬਹੁਭਾਸ਼ਾਈ ਬੱਚੇ ਕਿਉਂ ਆ ਰਹੇ ਨੇ ਕਲਾਸਾਂ ਦੇ ਵਿੱਚ? ਸਭ ਤੋਂ ਪਹਿਲਾ ਹੈ ਜੀ ਦੀ ਰੈਪਿਡ ਐਡਵਾਂਸਮੈਂਟਸ ਇਨ ICT, ਕੋਈ ਤੁੱਕ ਨਹੀਂ ਬਣਦੀ ਇਹਦੀ। ਨੈਕਸਟ ਹੈ ਜੀ ਪੈਰੈਂਟਲ ਪ੍ਰੈਸ਼ਰ ਟੂ ਲਰਨ ਫੋਰਨ ਲੈਂਗੁਏਜ, ਇਹ ਵੀ ਇਹਦਾ ਕਾਰਨ ਨਹੀਂ ਹੈ ਜੀ। ਥਰਡ ਹੈ ਜੀ ਦੀ ਇਨਕਰੀਜ਼ ਇਨ ਮੋਬਿਲਿਟੀ ਐਂਡ ਮਾਈਗ੍ਰੇਸ਼ਨ, ਇਹ ਸਭ ਤੋਂ ਵੱਡਾ ਅੱਜ ਕੱਲ ਦਾ ਫੈਕਟਰ ਹੈ ਕਿ ਅੱਜ ਕੱਲ ਅਸੀਂ ਇੱਕ ਦੂਜੇ ਥਾਵਾਂ ਤੇ ਸਾਡਾ ਆਉਣ ਜਾਣ ਬਹੁਤ ਵਧ ਗਿਆ। ਮੋਬਾਈਲ ਹੋ ਗਿਆ ਸੀ ਸਾਡਾ ਆਉਣਾ ਜਾਣਾ, ਮੋਬਾਈਲ ਦਾ ਮਤਲਬ ਹੁੰਦਾ ਆਵਾਜਾਈ ਦਾ ਵਾਧਾ ਹੋਣਾ, ਤੇ ਮਾਈਗ੍ਰੇਸ਼ਨ ਹੁੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਣਾ ਪਰਮਾਨੈਂਟਲੀ। ਤਾਂ ਇਹ ਦੋਨਾਂ ਕਾਰਨਾਂ ਕਰਕੇ ਹੀ ਬੱਚੇ ਸਾਨੂੰ ਕਲਾਸਾਂ ਦੇ ਵਿੱਚ ਬਹੁਭਾਸ਼ਾਈ ਮਿਲਦੇ ਨੇ। ਕਹਿੰਦਾ ਭਾਵ ਪੰਜਾਬ ਦੇ ਵਿੱਚ ਹਰਿਆਣੇ ਦੇ ਬੱਚੇ, UP ਦੇ ਬੱਚੇ, ਬਿਹਾਰ ਦੇ ਬੱਚੇ, ਇਹ ਤਾਂ ਨੇ ਸਾਡੇ ਸਕੂਲਾਂ ਦੇ ਵਿੱਚ, ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਆਵਾਜਾਈ ਦੇ ਸਾਧਨ ਵੀ ਵੱਧ ਗਏ ਤੇ ਬਹੁਤ ਸਾਰੀ ਜਿਹੜੀ ਪੋਪੂਲੇਸ਼ਨ ਹੈ ਉਹ ਬਿਹਾਰ ਜਾਂ UP ਤੋਂ ਪੰਜਾਬ ਦੇ ਵਿੱਚ ਮਾਈਗ੍ਰੇਟ ਕਰ ਰਹੀ ਹੈ ਵਰਕ ਦੀ ਭਾਲ ਦੇ ਵਿੱਚ, ਜਿਹਦੇ ਕਰਕੇ ਸਾਡੀਆਂ ਕਲਾਸਰੂਮਸ ਹੈ ਉਹਨਾਂ ਦੇ ਵਿੱਚ ਮਲਟੀਲਿੰਗੁਅਲ ਬੱਚੇ ਜਿਹੜੇ ਮਿਲਦੇ ਨੇ। ਰੀਚ ਆਫ ਮਾਸ ਮੀਡੀਆ, ਇਹ ਵੀ ਇਹਦੇ ਵਿੱਚ ਫੈਕਟਰ ਨਹੀਂ ਹੈ। ਨੈਕਸਟ ਹੈ ਜੀ, which of the following is not a component of multimedia, ਤਾਂ ਮਲਟੀਮੀਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮਲਟੀਮੀਡੀਆ ਦੇ ਵਿੱਚ ਗ੍ਰਾਫਿਕ ਵੀ ਆਉਂਦਾ, ਸਾਊਂਡ ਵੀ ਆਉਂਦੀ ਹੈ ਤੇ ਟੈਕਸਟ ਵੀ ਆਉਂਦਾ। ਤਾਂ ਜਿਹੜਾ ਆਬਜੈਕਟ ਹੈ ਉਹ ਮਲਟੀਮੀਡੀਆ ਦਾ ਪਾਰਟ ਨਹੀਂ ਹੈ। ਨੈਕਸਟ ਹੈ ਜੀ, which of the following is not associated with active listening, ਐਕਟਿਵ ਲਿਸਨਿੰਗ ਦਾ ਮਤਲਬ ਕੀ ਹੈ? ਜਦੋਂ ਤੁਸੀਂ ਬੋਲ ਰਹੇ ਹੋ ਤੇ ਸਾਰੇ ਬੱਚੇ ਵਿਦ ਅਟੈਂਸ਼ਨ ਤੁਹਾਨੂੰ ਸੁਣ ਰਹੇ ਹੋ, ਤਾਂ ਜਦੋਂ ਬੱਚੇ ਸਾਡੇ ਪਿੱਛੇ ਪਿੱਛੇ ਬੋਲਦੇ ਨੇ, ਕਿਸੇ ਗੱਲ ਨੂੰ ਰਿਪੀਟ ਕਰਦੇ ਨੇ, ਇਟ ਮੀਨਸ ਕਿ ਉਹ ਐਕਟਿਵਲੀ ਲਿਸਨ ਕਰ ਰਹੇ ਨੇ। ਪੈਰਾਫਰੇਜ਼ਿੰਗ ਦਾ ਵੀ ਇੱਕ ਜਿਹੜੀ ਫੀਚਰ ਹੈ ਇਹ ਐਕਟਿਵ ਲਿਸਨਿੰਗ ਨਾਲ ਰਿਲੇਟਡ ਹੈ। ਤੇ ਰਿਫਲੈਕਟਿੰਗ, ਜਦੋਂ ਪੜ੍ਹੇ ਹੋਏ ਨੂੰ ਅਸੀਂ ਦੁਬਾਰਾ ਸੁਣ ਕੇ ਦੁਬਾਰਾ ਸੋਚਦੇ ਦਿਮਾਗ ਦੇ ਵਿੱਚ, ਰਿਫਲੈਕਸ਼ਨ, ਥਿੰਕਿੰਗ ਅਬਾਊਟ ਥਿੰਕਿੰਗ, ਜਿਹਨੂੰ ਅਸੀਂ ਮੈਟਾਕੋਗਨੀਸ਼ਨ ਵੀ ਕਹਿੰਦੇ ਆ, ਉਹ ਵੀ ਐਕਟਿਵ ਲਿਸਨਿੰਗ ਨਾਲ ਰਿਲੇਟਡ ਹੈ। ਤਾਂ ਜਿਹੜਾ ਰਿਵਰਸਿੰਗ ਹੈ that is not related to active listening। ਅੱਗੇ ਹੈ ਜੀ, in a diverse classroom the best strategies to effectively teach language is diverse। ਫਿਰ ਦੇਖੋ ਤੁਸੀਂ ਧਿਆਨ ਨਾਲ ਦੇਖੋ, ਮਲਟੀਲਿੰਗੁਅਲਿਜ਼ਮ ਦੇ ਉੱਪਰ ਸਾਡੇ ਕੋਲ 3-4 ਪ੍ਰਸ਼ਨ ਆ ਗਏ। ਤਾਂ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜਿਹੜੀ ਡਾਈਵਰਸਿਟੀ ਹੈ ਉਹ ਕਿੰਨੀ ਜ਼ਿਆਦਾ ਮੈਟਰ ਕਰ ਰਹੀ ਹੈ ਅੱਜ ਕੱਲ ਸਾਡੇ ਲਈ। ਡਾਈਵਰਸ ਕਲਾਸਰੂਮ ਯਾਨੀ ਕਿ ਜਿਹਦੇ ਵਿੱਚ ਭਿੰਨ-ਭਿੰਨ ਯੋਗਤਾਵਾਂ ਵਾਲੇ ਬੱਚੇ ਹੋਣ, ਭਿੰਨ-ਭਿੰਨ ਭਾਸ਼ਾਵਾਂ ਬੋਲਣ ਵਾਲੇ ਬੱਚੇ ਹੋਣ, ਤਾਂ ਉੱਥੇ ਜਦੋਂ ਤੁਸੀਂ ਬੱਚੇ ਨੂੰ ਲੈਂਗੁਏਜ ਟੀਚ ਕਰਨੀ ਹੈ ਤਾਂ ਤੁਹਾਡੀ ਬੈਸਟ ਸਟ੍ਰੈਟਜੀ ਕੀ ਹੋਏਗੀ? ਠੀਕ ਹੈ, ਕਿਉਂਕਿ ਇਹ ਜਿਹੜਾ ਪ੍ਰਿੰਸੀਪਲ ਹੈ that is based on individual differences, rewarding the best learners, no, assigning daily practice for home, no, understanding needs of learners। ਜਦੋਂ ਤੁਸੀਂ ਡਾਈਵਰਸਿਟੀ ਦੀ ਗੱਲ ਕਰਨੀ ਹੈ ਤਾਂ ਤੁਸੀਂ ਇਹ ਮੰਨ ਕੇ ਚੱਲਣਾ ਕਿ ਸਾਰੇ ਬੱਚੇ ਯੂਨੀਕ ਨੇ, ਡਿਫਰੈਂਟ ਨੇ ਇੱਕ ਦੂਜੇ ਨਾਲੋਂ, then you have to understand needs of the learners and accordingly customize teaching। ਸਾਰੇ ਬੱਚਿਆਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਟੀਚਿੰਗ ਨੂੰ ਸਿਰੇ ਚੜਾਉਣਾ। The purpose of remedial teaching is, remedial ਮਤਲਬ ਸੁਧਾਰਾਤਮਕ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ? To identify weak learners in the group। ਕੇਵਲ ਬੱਚਿਆਂ ਨੂੰ ਲੱਭਣਾ ਹੀ ਨਹੀਂ, ਲੱਭਣਾ ਸਾਡੇ ਡਾਇਗਨੋਸਟਿਕ ਟੀਚਿੰਗ ਹੈ, ਉਸ ਤੋਂ ਬਾਅਦ ਉਹਦਾ ਸੁਧਾਰ ਵੀ ਕਰਨਾ ਹੈ।
टू क्लासीफाई लर्नर्स इनटू वेरियस ग्रुप्स ऑन द बेसिस ऑफ एबिलिटी, ये भी ਇਹਦਾ ਇੱਕ ਛੋਟਾ ਜਿਹਾ ਪਾर्ट है। ਜੇ ਅਸੀਂ ਸਟੈਪ ਬਾय ਸਟੈਪ मूव करते हैं तो ਜਿਹੜਾ ਮੇਜਰ ਉਦੇਸ਼ ਇਹਦਾ ਕੀ ਹੈ, टू प्रोवाइड सपोर्ट टू लर्नर्स एक्सपीरियंसिंग डिफिकल्टीज, ਜਿਹੜੇ डिफिकल्टीज लर्नर्स एक्सपीरियंस कर रहे ने ਉਹਨਾਂ ਨੂੰ सपोर्ट करना ताकि वो डिफिकल्टीज ਨੂੰ ओवरकम कर सकन। दैट इज द मेन पर्पस ऑफ रेमेडियल टीचिंग। नेक्स्ट जी पैरे दे अबाउट क्वेश्चंस ने, पैरा ਅਸੀਂ ਜ਼ਿਆਦਾ ਨਹੀਂ डिटेल ਦੇ ਵਿੱਚ ਪੜਾਂਗੇ, ਸਾਡੀ ਵੀਡੀਓ ਲੰਬੀ ਹੋ ਜਾਏਗੀ ਤਾਂ ਅਸੀਂ ਇੱਕ ਇੱਕ ਕਰਕੇ क्वेश्चन डिस्कस कर ਲੈਣੇ। मैं ਤੁਹਾਨੂੰ ਉਸ ਪੁਆਇੰਟ ਤੇ ਲੈ ਜਾਵਾਂਗੀ ਜਿੱਥੇ ਉਹਦਾ ਆਨਸਰ ਹੈ। द वर्ड कंपाउंडेड मीन्स, ਤਾਂ कंपाउंडेड वर्ड ਦਾ ਕੀ ਅਰਥ ਹੈ, ਧਿਆਨ ਨਾਲ ਦੇਖੋ। in some areas issues have been compounded by elevated demand। कंपाउंडेड ਦਾ ਮਤਲਬ ਇੱਥੇ ਲੱਗ ਰਿਹਾ ਕਿ ਵੱਧ ਕੀ ਹੈ ਚੀਜ਼, ਜਿਹੜੇ ਇਸ਼ੂ ਦੀ ਅਸੀਂ ਉੱਪਰ ਗੱਲ ਕੀਤੀ ਹੈ ਕਿ ਕੋਵਿਡ ਕਰਕੇ ਸਾਡੇ ਲੋਕ ਹੈ ਜਿਹੜੇ ਖਰੀਦਦਾਰੀ ਕਰ ਰਹੇ ਨੇ, ਕਿਉਂ ਹਰੇਕ ਚੀਜ਼ ਦੀ ਡਿਮਾਂਡ ਹੈ ਜਿਹੜੀ ਵੱਧ ਗਈ ਹੈ, ਤਾਂ ਇਹਦਾ ਜਿਹੜਾ मीनिंग ਆਏਗਾ ਉਹ ਇੰਟੈਂਸੀਫਾਈਡ ਆਏਗਾ, ਕਿਉਂਕਿ ਬਾਕੀ ਤਿੰਨੋਂ ਇਹਦੇ opposite ਜਾ ਰਹੇ ਨੇ। which of the following statement is correct in context of above passage, ਉੱਪਰ ਲਿਖੇ ਪੈਰੇ ਦੇ ਸੰਦਰਭ ਵਿੱਚ ਕਿਹੜੀ ਕਰੈਕਟ ਸਟੇਟਮੈਂਟ ਹੈ ਜੀ। consumers tend to get lazy when prices soar, ਤਾਂ ਇਹਦੇ ਵਿੱਚ ਇਹਦੇ ਉਲਟ ਲਿਖਿਆ ਹੋਇਆ ਹੈ ਕਿ ਕੰਜ਼ਿਊਮਰਸ ਹੈ ਜਿਹੜੇ ਉਹ ਐਕਟਿਵ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਪ੍ਰਾਈਸਸ ਹੈ ਜਿਹੜੀਆਂ ਵਧਣ ਲੱਗ ਗਈਆਂ, ਤਾਂ ਕਿ ਉਹ ਕੀ ਕਰ ਲੈਣ, ਉਹਨੂੰ ਸਟੋਰ ਕਰ ਲੈਣ ਸਮਾਨ ਨੂੰ, ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਇਹਦੀ ਜ਼ਿਆਦਾ मतलब दिक्कत का सामना ना करना पवे। दूसरा है जी देयर इज इंक्रीज्ड स्ट्रगल टू बाय पैंडेमिक पेट्स, पैंडेमिक पेट्स का नहीं है, इत्थे पेट फूड की गल की गई है। तीसरा है जी नेस्ले हैज स्टेप्ड अप इट्स कैपेसिटी, इत्थे जो वर्ड है देखो नेस्ले हैज ऑलरेडी रैम्प्ड अप कैपेसिटी, तो दोनों का मीनिंग सेम है, तो ये करैक्ट स्टेटमेंट आएगी। द शेल्व्स ऑफ सुपरमार्केट्स आर एम्प्टी बिकॉज ऑफ पैनिक बाइंग, ਤਾਂ ਇਹ ਵੀ ਇੱਥੇ ਲਿਖਿਆ ਹੋਇਆ ਹੈ ਕਿ ਜਿਹੜੀ ਸੁਪਰਮਾਰਕਟ ਦੀਆਂ ਜਿਹੜੀਆਂ ਐਮਪਟੀ ਸ਼ੈਲਵਸ ਤੁਸੀਂ ਦੇਖੋਗੇ, this is not due to panic buying, ਵੀ ਇਹ ਪੈਂਡੇਮਿਕ ਕਰਕੇ ਨਹੀਂ ਹੈ, ਤਾਂ ਬਾਕੀ ਤਿੰਨੋਂ ਸਟੇਟਮੈਂਟਸ ਨੈਗੇਟਿਵ ਨੇ। ਰਿਟੇਲਰਸ ਹੈਵ ਬੀਨ ਰੀ-ਇੰਜੀਨੀਅਰਿੰਗ देयर ਸਪਲਾਈ ਚੇਨਸ ਟੂ, ਜਿਹੜੇ ਰਿਟੇਲਰਸ ਨੇ ਉਹ ਆਪਣੀ ਸਪਲਾਈ ਚੇਨ ਮਤਲਬ ਸਪਲਾਈ ਲੋਕਾਂ ਤੱਕ ਪਹੁੰਚਾਉਣ ਲਈ ਉਹਨੂੰ ਰੀ-ਇੰਜੀਨੀਅਰ ਕਰ ਰਹੇ ਨੇ, ਉਹਨੂੰ ਰੀਸਟਰਕਚਰ ਕਰ ਰਹੇ ਨੇ। ठीक है, क्यों कर रहे हैं, टू ईज द पॉइंट्स ऑफ कंजैशन, ताकि जिथे भीड़ भाड़ वाली जिहड़ी गल्लां ने उन्हां तो बचिया जा सके। इहदे बारे भी इत्थे थोड़ा जिहा इन्हां ने लिखिया होया है कि जिहड़े होने अपनी जिहड़ियां सप्लाईज ने उहनूं आ देखो रिटेलर्स हैव बीन री-इंजीनियरिंग देयर सप्लाई चेन्स टू अवॉइड द पिंच पॉइंट्स। पिंच पॉइंट्स मतलब जिथे जिथे रश है। सम इंक्लूडिंग वॉलमार्ट, टारगेट कॉर्पोरेशन हैव बीन चार्टरिंग देयर ओन शिप्स, मतलब इत्थों तक कि वो अपने जहाज भी इंप्लॉय कर रहे ने सप्लाई चेन्स नूं ज्यादा वधाउण दे लई। चार्टरिंग दा मतलब की है, विच मतलब इंक्लूड कर देना। रिटेलर्स अगे आ गया जी इन द फ्रेज स्टोर्स मे हैव टू कट, तां इत्थे मे जिहड़ी है वो मॉडल वर्ब है जी, इस करके इत्थे मॉडल वर्ब दी वरतों होई है। द मोस्ट एप्रोप्रिएट मीनिंग ऑफ द वर्ड चार्टरिंग इज, चार्टरिंग दा जिहड़ा मीनिंग है इत्थे रेंटिंग है कि जिहड़ियां वड्डियां वड्डियां कंपनी है वो अपने जहाज उन्होंने किराए ते देने शुरू कर दिते ने ताकि सप्लाई चेन है जिहड़ी वो फास्टन हो सके। नेक्स्ट है जी विच, एक पैरा साडा सम अप हो चुके 8 क्वेश्चन असीं कर लेने पैरे दे। विच ऑफ द फॉलोइंग स्टेटमेंट इज इनकरेक्ट अबाउट लैंग्वेज, लैंग्वेज के बारे केड़ा तत्थ है जिहड़ा गलत है। लैंग्वेज इज अ सिस्टम ऑफ सिंबल्स, बिल्कुल ठीक है जी। इट इज स्पीसीज स्पेसिफिक, बिल्कुल ठीक है जी, हरेक प्रजाति की अपनी भाषा है। द सिंबल्स ऑफ लैंग्वेज आर लॉजिकल, ए जिहड़ी इनकरेक्ट स्टेटमेंट है जी। सिंबल्स जिहड़े आर्बिट्रेरी भी हुंदे ने। इट इज एक्वायर्ड, ए अर्जित की जाती है, ये भी ठीक है। इन ऑर्डर टू लर्न टू स्पीक इन फर्स्ट लैंग्वेज द मोस्ट बेसिक रिक्वायरमेंट इज, ਜਦੋਂ ਤੁਸੀਂ ਫਸਟ ਜਾਨੀ ਕਿ ਮਾਤ ਭਾਸ਼ਾ ਨੂੰ ਸਪੀਕ ਕਰਦੇ ਹੋ ਤਾਂ ਤੁਹਾਡੀ ਬੇਸਿਕ ਰਿਕੁਆਇਰਮੈਂਟ ਕੀ ਹੈ, ਲਿਸਨਿੰਗ ਦਾ ਹੋਣਾ। ਇਸੇ ਕਰਕੇ ਕਿਹਾ ਜਾਂਦਾ ਕਿ ਅਗਰ ਕਿਸੇ ਬੱਚੇ ਨੂੰ ਬਚਪਨ ਤੋਂ ਹੀ ਜੰਗਲ 'ਚ ਸੁੱਟ ਦਿੱਤਾ ਜਾਵੇ ਤਾਂ ਉਹ ਮਾਤ ਭਾਸ਼ਾ ਸਿੱਖ ਨਹੀਂ ਪਾਏਗਾ ਜਾਂ ਦੇਰੀ ਨਾਲ ਸਿੱਖੇਗਾ, ਕਿਉਂਕਿ ਉੱਥੇ ਉਹਨੂੰ ਲਿਸਨਿੰਗ ਹੀ ਨਹੀਂ ਹੋ ਰਹੀ। ਬੱਚੇ ਨੇ ਜਿਹੜੀ ਫਸਟ ਲੈਂਗੁਏਜ ਹੈ ਉਹ ਐਕਵਾਇਰ ਕਰਨੀ ਹੈ ਬਾਈ ਇਮੀਟੇਸ਼ਨ, ਤਾਂ ਜਦੋਂ ਉਹ ਕੁਝ ਸੁਨੇਗਾ ਨਹੀਂ ਤਾਂ ਬੋਲੇਗਾ ਨਹੀਂ। ਨੈਕਸਟ ਹੈ ਜੀ ਲਿੰਗੁਇਸਟਿਕਸ ਹੈਵ ਆਇਡੈਂਟੀਫਾਈਡ ਬੇਸਿਕ ਕੰਪੋਨੈਂਟਸ ਆਫ ਲੈਂਗੁਏਜ, ਤਾਂ ਅਸੀਂ ਆਮ ਤੌਰ ਤੇ ਭਾਸ਼ਾ ਦੇ ਅੰਗਾਂ ਦੀ ਗੱਲ ਕਰਦੇ ਹੁੰਦੇ ਹਾਂ, ਧੁਨੀ ਬੋਧ, ਵਾਕ ਬੋਧ, अर्थ बोध, है ना।
ਤਾਂ ਉਹਦੇ ਵਿੱਚ ਫੋਨੋਲੋਜੀ ਵੀ ਹੈ, ਸਿੰਟੈਕਸ ਵੀ ਹੈ, ਵਾਕਬੋਧ, ਇਹ ਧੁਨੀ ਬੋਧ ਹੈ, ਪ੍ਰੈਗਮੈਟਿਕਸ ਵੀ ਹੈ ਜਿਹੜਾ ਧੁਨੀ ਵਿਗਿਆਨ ਹੈ, ਤਾਂ ਇਹਦੇ ਵਿੱਚ ਜਿਹੜੀ ਗ੍ਰਾਫੋਲੋਜੀ ਹੈ ਇਹਦਾ ਪਾਰਟ ਨਹੀਂ ਹੈ। When the place of articulation is back to the tongue between soft palate, such consonants are classified as एक ही आएंगे जी glottals। Next है जी, which of the following statement is not correct about the grammar translation method? Grammar translation method of teaching language about केड़ी है जी वो correct statement नहीं है। Accuracy is emphasized, accuracy ਨੂੰ ਇਸ ਮੈਥਡ ਦੇ ਵਿੱਚ बिल्कुल एम्फेसाइज किया जाता है जी। ग्रामर इज टॉट डिडक्टिवली, बिल्कुल डिडक्टिवली टॉट करते हैं। सब तो पहला असी ओदे निज़म समझा देने, फिर असी ओदे ते जाने एग्जांपल ते जाने। जर्नल्स नेटिव लैंग्वेज इज द मीडियम ऑफ इंस्ट्रक्शन, ये भी बिल्कुल ठीक है जी। बच्चे दी जिहड़ी मात भाषा दे विच ट्रांसलेट करके ग्रामर दे रूल्स जिहड़े पढ़ाए जाते हैं। स्पीकिंग एंड लिसनिंग आर गिवन मोर इंपोर्टेंस दैन रीडिंग एंड राइटिंग, तो यह गलत है जी, क्योंकि ਇਹਦੇ ਵਿੱਚ ਰੀਡਿੰਗ ਤੇ ਰਾਈਟਿੰਗ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸਪੀਕਿੰਗ ਤੇ ਲਿਸਨਿੰਗ ਦਾ ਰੋਲ ਇਹਦੇ ਵਿੱਚ ਘੱਟ ਹੁੰਦਾ ਹੈ। In a language acquisition process, the telegraphic speech is known as babbling. No, is characterized by strings of words or in phrases or sentences। ये बिल्कुल ठीक है जी। Next है जी, is when the child makes utterance rapidly। नहीं, occurrence about 6 months of age, ਤਾਂ ਇਹ ਇਹਦਾ ਜਿਹੜਾ ਆਨਸਰ ਨਹੀਂ ਆਏਗਾ। Which of the following is a condition disorder primarily associated with difficulties in reading? ਤਾਂ ਇਹ ਅਸੀਂ ਬਾਰ-ਬਾਰ ਕੀਤਾ ਜੀ ਜਿਹੜੀਆਂ ਲਰਨਿੰਗ ਡਿਸੇਬਿਲਿਟੀਜ਼ ਦੇ ਵਿੱਚ ਕਿ ਜਿਹੜਾ ਡਿਸਲੈਕਸੀਆ ਹੈ ਇਹ ਇੱਕ ਰੀਡਿੰਗ ਡਿਸਆਰਡਰ ਹੈ ਜਿਹਦੇ ਵਿੱਚ ਉਹਨੂੰ ਅੱਖਰ ਹੈ ਜਿਹੜੇ ਅੱਗੇ ਪਿੱਛੇ ਵਿੰਗੇ ਟੇਢੇ ਨਜ਼ਰ ਆਉਂਦੇ ਨੇ। 20 ਨੂੰ ਡੀ ਪੜ੍ਹਦਾ ਹੈ, 14 ਨੂੰ 41 ਪੜ੍ਹਦਾ ਹੈ, 16 ਨੂੰ 61 ਪੜ੍ਹਦਾ ਹੈ। ਇਦਾਂ ਦੀਆਂ ਜਿਹੜੀਆਂ ਰੀਡਿੰਗ ਡਿਸਆਰਡਰ ਇਹਦੇ ਵਿੱਚ ਹੁੰਦੇ ਨੇ। नेक्स्ट फिर साडे पैसेज नाल रिलेटेड क्वेश्चंस ने जी। विच ऑफ द फॉलोइंग इज करेक्ट इन द कॉन्टेक्स्ट ऑफ अबव पैसेज? ऊपर लिखे पैरे दे संदर्भ विच केड़ी गल है जिहड़ी ओह ठीक है। सिटीज ऑफर नो अपॉर्चुनिटीज फॉर लर्निंग आउटसाइड द क्लास। सिटीज दे विच तां इहने इदां दी गल नहीं कीती कि सिटीज दे विच कोई अपॉर्चुनिटी है जिहड़ी नहीं हुंदी क्लास तो बाहर सीखण दी। इहने इह जरूर कहा कि पिंडां दे विच अपॉर्चुनिटी हुंदी है, ਤਾਂ ਇਹਨੂੰ ਅਸੀਂ ਗਲਤ ਨਹੀਂ ਮੰਨਾਂਗੇ, ਅਸੀਂ ਸਿਰਫ ਸਹੀ ਗੱਲ ਚੁਣਨੀ ਹੈ। ਇਨਫੋਰਮੇਟਿਵ ਈਅਰਸ ਓਪਰਚੁਨਿਟੀ ਟੂ ਆਬਜ਼ਰਵ ਨੇਚਰ ਆਰ ਇੰਪੋਰਟੈਂਟ, ਇਹ ਇਹਦਾ ਕਰੈਕਟ ਆਨਸਰ ਹੈ ਜੀ। ਕਿ ਜਿਹੜੇ ਸਾਡੇ ਫਾਰਮੇਟਿਵ ਮਤਲਬ ਜਦੋਂ ਸਾਡੀ ਲੈਂਗੁਏਜ ਦੇ ਨੀਂਹ ਪੱਥਰ ਰੱਖੇ ਜਾਣੇ ਨੇ ਤਾਂ ਉਦੋਂ ਜੇ ਅਸੀਂ ਨੇਚਰ ਨੂੰ ਦੇਖੀਏ, ਸਾਡੀ ਪਰਸਨੈਲਿਟੀ ਦੇ, ਸਾਡੇ ਲਰਨਿੰਗ ਦੇ ਨੀਂਹ ਪੱਥਰ ਰੱਖੇ ਜਾਣੇ ਨੇ, ਉਸ ਏਜ ਦੇ ਵਿੱਚ ਅਗਰ ਅਸੀਂ ਨੇਚਰ ਨੂੰ ਬਹੁਤ ਜ਼ਿਆਦਾ ਆਬਜ਼ਰਵ ਕਰਦੇ ਹਾਂ ਤਾਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। टीचर्स इन विलेजेस गिव आउटडोर असाइनमेंट टू स्टूडेंट्स, इदां दी इहने कोई गल नहीं कीती, दे सकदे ने। एक है वी आर यूजिंग appropriate assessment tools for learning outcomes, ਇਹ ਜਿਹੜੀ ਗੱਲ ਹੈ ਇਹਦੇ ਵਿੱਚ ਸਿੱਧੇ ਤੌਰ ਤੇ ਨਹੀਂ ਕੀਤੀ ਗਈ। in the sentence the same is true of writing and reading, ਤਾਂ ਰਾਈਟਿੰਗ ਤੇ ਰੀਡਿੰਗ ਇਹਦੇ ਵਿੱਚ ਵਰਬ ਦੀ ਕਿਹੜੀ ਫਾਰਮ ਹੈ? ਤਾਂ ਇਹ ਜਿਰੰਡ ਫਾਰਮ ਹੈ ਜੀ। ਜਦੋਂ ਵਰਬ ਦੀ ਫਾਰਮ ਦੇ ਨਾਲ ing ਲੱਗਿਆ ਹੁੰਦਾ ਤਾਂ ਉਹ ਜਿਰੰਡ ਕਹਾਉਂਦੀ ਹੈ। ਨੈਕਸਟ ਹੈ ਜੀ, ਦੀ ਮੋਸਟ ਐਪਰੋਪਰੀਏਟ ਮੀਨਿੰਗ ਆਫ ਦਾ ਵਰਡ ਆਈਡੀਓਲੋਜੀਜ਼ ਇਜ਼, ਤਾਂ ਆਈਡੀਓਲੋਜੀਜ਼ ਦਾ ਜਿਹੜਾ ਮੀਨਿੰਗ ਹੈ ਉਹ ਕੀ ਹੈ ਜੀ? ਸਪੋਰਟਰਸ। ਆਈਡੀਓਲੋਜੀਜ਼ ਦਾ ਮਤਲਬ ਹੁੰਦਾ ਵਿਚਾਰਧਾਰਾ। ਆਈਡੀਓਲੌਗਸ ਮਤਲਬ ਜਿਹੜੇ ਸਾਰੇ ਵਿਅਕਤੀ ਹੁੰਦੇ ਨੇ ਇੱਕੋ ਹੀ ਗੱਲ ਦੇ ਨਾਲ ਸਹਿਮਤ ਹੁੰਦੇ ਨੇ, ਇੱਕੋ ਵਿਚਾਰਧਾਰਾ ਰੱਖਦੇ ਨੇ, ਉਹਨੂੰ ਅਸੀਂ ਆਈਡੀਓਲੋਜੀਜ਼ ਕਹਿ ਦਿੰਦੇ ਆ, ਜਾਂ ਫਿਰ ਇਹਨੂੰ ਸਪੋਰਟਰਸ ਵੀ ਕਿਹਾ ਜਾ ਸਕਦਾ। ਨੈਕਸਟ ਹੈ ਜੀ, ऑब्सोलीट ਦਾ ਜਿਹੜਾ मीनिंग ਕੀ ਹੈ? ਕੰਟੈਂਪਰੇਰੀ ਨਹੀਂ ਹੈ, ਆਊਟਡੇਟਡ। ਜਿਹੜਾ ਪੁਰਾਣਾ ਹੋ ਚੁੱਕਿਆ ਹੁੰਦਾ, ਜਿਹੜਾ ਡਿਲੀਟਡ ਹੁੰਦਾ, ਉਹਨੂੰ ਅਸੀਂ ऑब्सोलीट ਕਹਿ ਦਿੰਦੇ ਆ। ਠੀਕ ਹੈ, ਜਿਹੜਾ ਸਾਡੇ ਮਤਲਬ ਪ੍ਰੈਜ਼ੈਂਟ ਸਮੇਂ ਦੇ ਵਿੱਚ ਫਿੱਟ ਨਹੀਂ ਬੈਠਦਾ। which of the following statement is not intended or implied by the author? ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜਿਹੜੀ ਆਥਰ ਜਿਹਦੇ ਨਾਲ ਸਹਿਮਤ ਨਹੀਂ ਹੈ ਜਾਂ ਜਿਹੜਾ ਉਹਦਾ ਕਹਿਣ ਦਾ ਮਕਸਦ ਨਹੀਂ ਹੈ? ਇੰਟੈਂਸ਼ਨ ਹੁੰਦਾ ਮਕਸਦ। Children must primarily be given literacy skills, कही गई है ਇਹਦੇ ਵਿੱਚ। Observation promotes learning, ਇਹ भी कही गई है। Tests are inadequate measures of learning outcomes, ਤਾਂ ਇਹ ਗੱਲ ਇਹਨੇ ਨਹੀਂ ਕਹੀ ਹੈ। Children can learn a lot by examining nature, ਤਾਂ nature ਤੇ examine ਕਰਨਾ, observation ਕਰਨਾ ਇੱਕੋ ਹੀ ਗੱਲ ਹੈ। ਇਹ B ਤੇ D ਤਾਂ ਕਈਆਂ ਨੇ। ਨਾਲੇ ਇਹ ਵੀ ਕਿਹਾ ਗਿਆ ਕਿ ਜਿਹੜੇ ਬੱਚੇ ਆ ਉਹਨਾਂ ਨੂੰ
ਲਿਟਰੇਸੀ ਸਕਿੱਲਸ ਹੈ ਜਿਹੜੀਆਂ ਉਹ ਜ਼ਰੂਰ ਦਿੱਤੀਆਂ ਜਾਣੀਆਂ ਚਾਹੀਦੀਆਂ। ਹੁਣ ਇਹ ਸਕਿੱਲਸ ਨੂੰ ਦੇਣ ਲਈ ਇਹਨੇ ਕਿਹਾ ਕਿ ਨੇਚਰ ਦੀ ਆਬਜ਼ਰਵੇਸ਼ਨ ਤੋਂ ਵੀ ਬੱਚੇ ਇਹ ਸਕਿੱਲਸ ਹੈ ਜਿਹੜੀਆਂ ਗੇਨ ਕਰ ਸਕਦੇ ਨੇ, ਸਿਰਫ ਕਲਾਸਰੂਮ ਦੇ ਵਿੱਚ ਹੀ ਗੇਨ ਨਹੀਂ ਕਰਦੇ। ਤਾਂ ਇਹ ਜਿਹੜੀ ਗੱਲ ਹੈ, ਇਹ ਕਹਿਣਾ ਇਹਦਾ ਮਕਸਦ ਨਹੀਂ ਹੈ ਕਿ ਟੈਸਟਸ ਆਰ ਇਨਐਡਿਕੁਏਟ ਮੈਜ਼ਰਸ ਆਫ ਲਰਨਿੰਗ ਆਊਟਕਮਸ। ਤਾਂ ਪਿਆਰੇ ਵਿਦਿਆਰਥੀਓ, ਇਹ ਤੁਹਾਡੀ ਇੰਗਲਿਸ਼ ਦੀ ਆਨਸਰ ਕੀ ਹੈ, ਜਿਹਨੂੰ ਮੈਚ ਕਰਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਤੁਸੀਂ ਪੇਪਰ ਕਲੀਅਰ ਕਰਨ ਦੇ ਲਾਗੇ ਪਹੁੰਚੇ ਹੋ ਜਾਂ ਨਹੀਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਅਗਰ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਤਾਂ ਇਹਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਜੇ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਬਹੁਤ ਬਹੁਤ ਧੰਨਵਾਦ।